बिस्मिल्लाहिर्रहमानिर्रहीम जी। एग्रीटेक के नाजरीन, आज हम आपको दोबारा डॉक्टर साहब के पास ले आए हैं। डॉक्टर साहब उस केस के बारे में बातचीत कर रहे थे, लेकिन उसके दौरान हमारी एक जो बात हुई है, ये जो शुगर मिलों की बुगास वगैरह हम डाल रहे हैं गाय को, उसके बारे में ज़रा मैंने कहा डॉक्टर साहब अपनी राय दें, तो उनकी राय सुनते हैं जी क्या कहते हैं। जी डॉक्टर साहब, मैं सवाल ਇਹ ਕਰ ਰਿਹਾ ਸੀਗਾ ਕਿ ਜਿਹੜੀ ਅੱਜ ਕੱਲ ਕਾਮਨ ਤੁਸੀਂ ਕੋਈ ਐਸੀ ਹਿਫਾਜ਼ਤੀ ਤਦਾਬੀਰ ਜਾਂ ਕੋਈ ਐਸੀ ਬਿਮਾਰੀ ਦੇ ਬਾਰੇ 'ਚ ਦੱਸਣਾ ਚਾਹ ਰਹੇ ਹੋ ਰਹੀਮ ਯਾਰ ਖਾਂ ਦੇ ਜਾਂ ਦੂਸਰੇ ਸ਼ਹਿਰਾਂ ਦੇ ਵਿੱਚ, ਤਾਂ ਕਿ ਉਹ ਆਪਣੇ ਜਾਨਵਰਾਂ ਦੀ ਹਿਫਾਜ਼ਤ ਕਰਨ। ਉਹਦੇ ਵਿੱਚ ਇੱਕ ਇਹ ਗੱਲ ਹੈ ਕਿ ਅੱਜ ਕੱਲ ਇੱਥੇ ਬੁਗਾਸ ਦਾ ਜਿਹੜਾ ਖਾਣ ਪਲਾਣ ਦਾ ਬੜਾ ਅਮਲ ਸ਼ੁਰੂ ਹੋਇਆ ਸ਼ੂਗਰ ਮਿਲ ਤੋਂ ਲੈ ਕੇ ਆਉਂਦੇ ਆ, ਟਰਾਲੀਆਂ ਦੀਆਂ ਟਰਾਲੀਆਂ ਭਰੀਆਂ ਹੋਈਆਂ ਸੁੱਟੀ ਜਾਂਦੇ ਤੇ ਪਲਾਈ ਖਲਾਈ ਜਾਂਦੇ। ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ, अस्सलाम वालेकुम। ਅੱਛਾ ਜੀ, ਆ ਜਿਹੜੀ ਮੈਲ ਜਿਹਨੂੰ ਆਪਾਂ ਕਹਿੰਦੇ ਆ, ਹਾਂ, ਇਹ ਅਸਲ ਦੇ ਵਿੱਚ ਜਾਨਵਰਾਂ ਨੂੰ ਖਿਲਾਉਣ ਵਾਲੀ ਚੀਜ਼ ਨਹੀਂ ਹੈ। ਹੂੰ, ਇਹ ਹੈ, ਅਗਰ ਆਪਾਂ ਇਹਨਾਂ ਨੂੰ ਯੂਜ਼ ਕਰੀਏ ਐਜ਼ ਆ ਖਾਦ, ਫਰਟੀਲਾਈਜ਼ਰ, ਇਹਦੇ ਵਿੱਚ ਫਸਲਾਂ ਦੇ ਵਿੱਚ, ਇਹ ਉਹਦੇ ਯੂਜ਼ ਵਾਸਤੇ ਹੈ। ਲੇਕਿਨ ਆਪਾਂ ਸਾਡੇ ਮਵੈਸ਼ੀ ਪਾਲ ਹਜ਼ਰਾਤ ਨੇ ਇਹਨੂੰ ਬੜਾ ਕੀਮਤੀ ਬਣਾ ਦਿੱਤਾ ਜੇ, ਤੇ ਇਹਨੂੰ ਮਾਲ ਨੂੰ ਪਾਉਣਾ ਸ਼ੁਰੂ ਕਰਤਾ। ਇਹਦੇ ਨਾਲ ਜਾਨਵਰ ਕਹਿੰਦੇ ਨੇ ਕਿ ਦੁੱਧ ਵਧਾਉਂਦਾ, ਉਹ ਜ਼ਰੂਰ ਵਧਾਏਗਾ, ਕਿਉਂਕਿ ਇਹਦੇ ਵਿੱਚ ਗਲੂਕੋਜ਼ ਹੁੰਦਾ ਜੀ। ਅੱਛਾ, ਹਾਂਜੀ, ਜਿੰਨਾ ਵੀ ਉਹ ਕਰ ਲੈਣ, ਇਹਦੇ ਵਿੱਚ ਗਲੂਕੋਜ਼ ਹੁੰਦਾ। ਲੇਕਿਨ ਇਹਨੂੰ ਬਣਾਉਣ ਦਾ ਤਰੀਕਾ, ਇਹਦੇ ਵਿੱਚ ਟੌਕਸੀਸਿਟੀ ਬਹੁਤ ਹੁੰਦੀ ਹੈ, ਟੌਕਸਨਸ ਬਹੁਤ ਹੁੰਦੇ ਨੇ, ਜ਼ਹਿਰ ਕਹਿ ਲਓ ਇੱਕ ਕਿਸਮ ਦਾ, ਮਵਾਸ਼ੀ ਪਾਲ ਹਜ਼ਰਾਤ ਨੂੰ ਸਮਝਾਉਣ ਵਾਸਤੇ ਉਹ ਬਹੁਤ ਹੁੰਦਾ। ਜਦੋਂ ਇਹ ਆਪਾਂ ਆਪਣੇ ਮਾਲ ਨੂੰ ਪਾਉਂਦੇ ਆ ਜੀ, ਤੇ ਇਹ ਸ਼ੁਰੂ ਦੇ ਵਿੱਚ ਨੁਕਸਾਨ ਦਿੰਦਾ ਆਪਣਾ ਇਨਸਾਨਾਂ ਨੂੰ। ਇਹਦੇ ਦੁੱਧ ਦੇ ਵਿੱਚ ਬਹੁਤ ਟੌਕਸਨਸ ਆਉਂਦੇ ਨੇ, ਜਿਹੜੇ ਵਜ੍ਹਾ ਤੋਂ ਆਪਣੇ ਅਗਰ ਬੱਚੇ ਪੀਣਗੇ, ਆਪਾਂ ਪੀਵਾਂਗੇ, ਉਹ ਆਪਣੇ ਵਾਸਤੇ ਬਹੁਤ ਨੁਕਸਾਨ ਦਾ। ਤੇ ਜਿਹੜੇ ਜਾਨਵਰ ਨੂੰ 2 ਤੋਂ 3 ਸਾਲ ਰੈਗੂਲਰ ਇਹ ਜਿਹੜੀ ਮੈਲ ਪੈਂਦੀ ਹੈ, ਉਹ ਜਾਨਵਰ ਦਾ ਮਿਹਦਾ ਖਰਾਬ ਹੋ ਜਾਂਦਾ, ਉਹਦੇ ਮਿਹਦੇ ਦਾ ਬੁਰ ਖ਼ਤਮ ਹੋ ਜਾਂਦਾ, ਤੇ ਉਹਦੀ ਕੋਈ ਰਿਕਵਰੀ ਨਹੀਂ ਹੈ ਜੀ। ਉਹ ਜਾਨਵਰ ਨੁਕਸਾਨ 'ਚ ਚਲਾ ਜਾਂਦਾ। ਇਸ ਵਜ੍ਹਾ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਜਿਹੜੀ ਚੀਜ਼ ਦਾ ਨਾਮ ਹੀ ਮੈਲ ਹੈ ਜੀ, ਉਹਨੂੰ ਪਾ ਕੇ ਕੀ ਲੈਣਾ ਜਾਨਵਰ ਤੋਂ। ਉਹਦੇ ਵਿੱਚ ਯੂਰੀਆ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਜੀ ਇਹਨੂੰ ਬਣਾਉਣ ਦੇ ਵਿੱਚ, ਤੇ ਇਸ ਵਜ੍ਹਾ ਤੋਂ ਇਹ ਜਾਨਵਰ, ਇਹਦੇ ਵਿੱਚ ਟੌਕਸਨਸ ਬਹੁਤ ਹੁੰਦੇ ਨੇ। ਆਪਣੇ ਇਲਾਕੇ ਦੇ ਵਿੱਚ ਖਾਸ ਤੌਰ 'ਤੇ ਮੈਂ ਰਹੀਮ ਯਾਰ ਖਾਨ 'ਚ ਖੜਾ ਗੱਲ ਕਰ ਰਿਹਾ, ਤੇ ਇਹਦੇ ਵਿੱਚ ਇਸ ਏਰੀਆ ਦੇ ਵਿੱਚ ਨੈਸਲੇ ਵਾਲਿਆਂ ਨੇ ਦੁੱਧ ਚੱਕਣਾ ਬੰਦ ਕਰਤਾ। ਅੱਛਾ, ਇਸ ਵਜ੍ਹਾ ਤੋਂ? ਹਾਂਜੀ, ਸਿਰਫ ਇਸ ਵਜ੍ਹਾ ਤੋਂ ਕਿ ਇਹਨਾਂ ਦੇ ਵਿੱਚ ਟੌਕਸਨਸ ਬਹੁਤ ਆ ਰਹੇ ਸੀਗੇ, ਇਹਨਾਂ ਦੇ ਦੁੱਧ ਦੇ ਵਿੱਚ, ਜਿਹੜੇ ਲੋਕ ਮੈਲ ਪਾ ਰਹੇ ਸੀਗੇ ਜਾਨਵਰਾਂ ਨੂੰ। ਇਹ ਤਾਂ ਡਾਕਟਰ ਸਾਹਿਬ ਮੇਰੀ ਜਿਹੜੀ ਮਾਲੂਮਾਤ ਹੈ ਨਾ, ਉਹ ਇਹ ਕਹਿੰਦੀ ਹੈ ਕਿ ਇਹ ਸ਼ੂਗਰ ਮਿਲਾਂ ਵਾਲਿਆਂ ਨੇ ਟਰਾਲੀਆਂ, ਪਹਿਲਾਂ ਇਹ ਜਿਹੜੇ ਬੰਦੇ ਉੱਥੇ ਗੰਨਾ ਸੁੱਟਣ ਜਾਂਦੇ ਸੀ ਨਾ, ਉਹਨਾਂ ਨੂੰ ਉਹ ਕਹਿੰਦੇ ਹੁੰਦੇ ਸੀ ਯਾਰ ਟਰਾਲੀ ਭਰ ਕੇ ਬਾਹਰ ਸੁੱਟ ਦਿਓ। ਬਿਲਕੁਲ। ਅੱਛਾ, ਉਸ ਤੋਂ ਬਾਅਦ ਉਹ ਜਨਾਬ ਕੋਈ ਸਾਡੇ ਵਰਗਾ ਸੀ ਬਹੁਤ ਸਿਆਣਾ, ਉਹਨੇ ਤਜਰਬਾ ਕੀਤਾ, ਤੇ ਇੱਕ ਉਹਨੇ ਟਰਾਲੀ ਲਿਆ ਕੇ ਸੁੱਟੀ, ਜਾਂ ਥੋੜ੍ਹਾ ਜਿਹਾ ਲਿਆ ਕੇ ਸੁੱਟਿਆ, ਤਾਂ ਉਹਨੇ ਕਿਹਾ ਲੈ ਜੀ ਗਾਂ ਤਾਂ ਬੜਾ ਦੁੱਧ ਦੇਣ ਲੱਗ ਪਈ ਹੈ, ਤੇ ਇਹ ਤਾਂ ਬੜਾ ਐਂ ਹੋ ਗਿਆ, ਤੇ ਉਹਨੇ ਜਨਾਬ ਉਹ ਵੇਚਣਾ ਸ਼ੁਰੂ ਕੀਤਾ, ਤੇ ਉਹ 50-50 ਹਜ਼ਾਰ ਦੀ ਟਰਾਲੀ ਵਿਕਣੀ ਸ਼ੁਰੂ ਹੋ ਗਈ। ਬਿਲਕੁਲ ਜੀ, ਮਿਲਣ ਵਾਲੇ ਪਹਿਲੇ ਤਾਂ ਤਰਲੇ ਕਰਦੇ ਸੀਗੇ ਲੋਕਾਂ ਦੇ ਕਿ ਇਹਨੂੰ ਲਓ, ਇਹਨੂੰ ਯੂਜ਼ ਕਰੋ। ਇਹ ਜਿਸ ਟਾਈਮ ਤੁਸੀਂ ਖਰੀਦਦੇ ਹੋ ਨਾ ਜੀ, ਇਹਨਾਂ 'ਤੇ ਆਪਾਂ ਕੇਸ ਵੀ ਨਹੀਂ ਅਸੀਂ ਡਾਕਟਰ ਕਰ ਸਕਦੇ, ਕਿਉਂਕਿ ਇਹਨਾਂ ਦੀ ਪਰਚੀ ਦੇ ਉੱਤੇ ਲਿਖਿਆ ਹੁੰਦਾ ਕਿ ਇਹ ਜਾਨਵਰਾਂ ਨੂੰ ਖਿਲਾਉਣ ਵਾਲੀ ਚੀਜ਼ ਨਹੀਂ ਹੈ, ਇਹ ਜ਼ਮੀਨਾਂ 'ਚ ਇਸਤੇਮਾਲ ਕਰਨ ਵਾਲੀ ਚੀਜ਼ ਹੈ। ਬਿਲਕੁਲ ਠੀਕ। ਲੇਕਿਨ ਇਹ ਆਪਣੇ ਕੁਛ ਨਾ ਸਮਝ ਲੋਕਾਂ ਦੀ ਵਜ੍ਹਾ ਤੋਂ, ਕੁਛ ਉਹਨਾਂ ਦੀ ਵਜ੍ਹਾ ਤੋਂ ਇਹ ਜਾਨਵਰਾਂ ਦੇ ਵਿੱਚ ਇਸਤੇਮਾਲ ਹੋਣ ਲੱਗ ਪਈ ਹੈ, ਤੇ ਜਿਹੜੀ ਕਿ ਨਹੀਂ ਕਰਨੀ ਚਾਹੀਦੀ। ਇਹ ਜਾਨਵਰ ਵਾਸਤੇ ਨੁਕਸਾਨ ਦਾ ਵਾ, ਆਪਣੇ ਬੱਚਿਆਂ ਵਾਸਤੇ ਨੁਕਸਾਨ ਦਾ ਵਾ, ਜਿਹੜੇ ਆਪਾਂ ਦੁੱਧ ਪੀਂਦੇ ਆ ਆਪਣੇ ਵਾਸਤੇ ਬਹੁਤ ਨੁਕਸਾਨ ਦਾ ਜੀ। ਅੱਛਾ ਡਾਕਟਰ ਸਾਹਿਬ, ਮੈਂ ਨਾ ਇਹਦੇ ਇੱਕ ਥੋੜ੍ਹਾ ਜਿਹਾ ਹੋਰ ਵੀ ਦੇਖਿਆ ਜਮਾਤ ਲਈ ਯਾਰ, ਉਹਦੇ ਉੱਤੇ ਬੋਰੀ ਜਿਹੜੀ ਹੈ ਨਾ, ਇਹ ਬੰਨ੍ਹ ਦੇਣੀ ਹੈ ਪਿਛਲੀ ਸਾਈਡ ਤੋਂ ਵੀ ਬੰਦ ਹੋ, ਥੱਲਿਓਂ ਲੱਤਾਂ, ਤਾਂ ਕਿ ਡਿੱਗੇ ਨਾ। ਅੱਛਾ, ਮੈਂ ਨਾ ਡਾਕਟਰ ਸਾਹਿਬ, ਤੁਸੀਂ ਸ਼ਾਇਦ ਗੌਰ ਕੀਤਾ ਹੈ ਜਾਂ ਨਹੀਂ ਕੀਤਾ, ਲੇਕਿਨ ਮੈਂ ਇੱਕ ਚੀਜ਼ ਦਾ ਗੌਰ ਕੀਤਾ ਹੈ ਕਿ ਜਦੋਂ ਆ ਬਿਮਾਰੀ ਨਹੀਂ ਗਾਵਾਂ 'ਚ ਆਈ, ਲੰਪੀ, ਹਾਂ ਹਾਂਜੀ, ਇਹ ਉਸ ਤੋਂ ਬਾਅਦ ਆਈ ਹੈ ਜਿਸ ਟਾਈਮ ਇਹ ਕੰਮ ਸ਼ੁਰੂ ਹੋਇਆ। ਸਹੀ। ਇਹ ਹੋ ਸਕਦਾ ਇਹਦਾ ਕੋਈ ਲਿੰਕ ਨਾ ਹੋਵੇ ਉਹਦੇ ਨਾਲ? ਨਹੀਂ ਜੀ, ਲੰਪੀ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ। ਅੱਛਾ, ਲੰਪੀ ਜੀ ਇਹ ਆਪਣੇ ਆਊਟ ਆਫ ਕੰਟਰੀਜ਼ ਦੇ ਵਿੱਚੋਂ ਇੱਕ ਵਾਇਰਲ ਡਿਜ਼ੀਜ਼ ਹੈ, ਤੇ ਇਹ ਉਧਰੋਂ ਆਈ ਆ, ਆਪਣੇ ਕਰਾਚੀ ਤੋਂ ਸ਼ੁਰੂ ਹੋਈ ਆ, ਸਿੰਧ ਤੋਂ ਚੱਲਦੇ ਫਿਰ ਪੰਜਾਬ ਦੇ ਵਿੱਚ ਵੀ ਆਈ ਆ, ਜਿਹਦੇ ਉੱਤੇ ਆਪਣੀ ਗਵਰਨਮੈਂਟ ਨੇ ਹੁਣ ਅਲਹਮਦੁਲਿਲਾ ਕਾਬੂ ਪਾ ਲਿਆ। ਹਰ ਸਾਲ ਇਹਦੀ ਵੈਕਸੀਨ ਇਸ ਸਾਲ ਵੀ ਹੋਈ ਹੈ। ਇਸ ਸਾਲ ਬਹੁਤ ਕਮ ਕੇਸਿਸ ਨੇ ਜਿਹੜੇ ਕੋਈ ਲੰਪੀ ਦੇ ਰਿਪੋਰਟ ਹੋਏ ਨੇ, ਲੇਕਿਨ ਕਾਬੂ ਪਾ ਲਿਆ ਗਿਆ ਹੈ। ਇਹ ਮੈਲ ਦੀ ਵਜ੍ਹਾ ਤੋਂ ਹੋਣ ਵਾਲੀ ਬਿਮਾਰੀ ਨਹੀਂ ਹੈ। ਅੱਛਾ ਜੀ, ਤੁਸੀਂ ਇੰਨੀ ਦੇਰ ਤੋਂ ਸਾਡੇ ਨਾਲ ਇੱਕ ਹੋਰ ਡਾਕਟਰ ਸਾਹਿਬ ਖੜੇ ਨੇ, ਜਿਹੜੇ ਜਨਾਬ ਮੁਸਕਰਾ ਰਹੇ ਨੇ ਗੱਲਾਂ ਸਾਡੀਆਂ ਸੁਣ ਕੇ, ਅਸੀਂ ਉਹਨਾਂ ਤੋਂ ਵੀ ਕੋਈ ਮਸ਼ਵਰਾ ਲੈਂਦੇ ਹਾਂ। ਜੀ ਡਾਕਟਰ ਸਾਹਿਬ, ਤੁਸੀਂ ਜਿਹੜਾ ਹੈ ਰਹੀਮ ਯਾਰ ਖਾਂ ਦੇ ਵਿੱਚ ਜਿਹੜੇ ਜਾਨਵਰ ਨੇ, ਇਹਨਾਂ ਦੇ ਬਾਰੇ ਦੇ ਵਿੱਚ ਕੋਈ ਤੁਸੀਂ ਆਪਣੀ ਰਾਏ ਦੇਣਾ ਚਾਹ ਰਹੇ ਹੋ ਕਿ ਆਹ ਹਿਫਾਜ਼ਤੀ ਤਦਾਬੀਰ ਕਰਨ ਜਿਹਦੇ ਨਾਲ ਇੱਥੇ ਕੋਈ ਬਿਮਾਰੀਆਂ ਘਟਣ, ਕੋਈ ਦੁੱਧ ਵਧੇ ਜਾਨਵਰਾਂ ਦਾ, ਕੋਈ ਜਿਹਦੇ ਨਾਲ ਕਿਸਾਨਾਂ ਨੂੰ, ਫਾਰਮਰਾਂ ਨੂੰ ਫਾਇਦਾ ਹੋਵੇ?
ਇੱਕ ਤੇ ਜਿਹੜਾ ਸਾਡੇ ਫਾਰਮਰਸ ਨੇ ਨਾ, ਉਹ ਚਾਹੁੰਦੇ ਆ ਕਿ ਸਾਨੂੰ ਦੁੱਧ ਤੇ ਮਿਲੀ ਜਾਵੇ ਲੇਕਿਨ ਸਾਨੂੰ ਪੈਸੇ ਨਾ ਭਰਨੇ ਪੈਣ। ਬਿਲਕੁਲ ਠੀਕ। ਯਾਨੀ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਸ਼ਾਇਦ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਤੂੜੀ ਪਾਈ ਰੱਖਦੇ ਨੇ ਤੇ ਵੰਡਾ ਜਿਹੜਾ ਵਾ ਨਾ ਉਹਦੀ ਬਚਤ ਕਰਦੇ ਨੇ। ਹਾਂ, ਮੇਰੀ ਇਹ ਸੁਜੈਸ਼ਨ ਆ ਕਿ ਤੁਸੀਂ ਮੁਸਤਦ ਜਿਹੜੇ ਵੈਟਨਰੀ ਡਾਕਟਰਸ ਨੇ, ਨਾ ਕਿ ਜਿਹੜੇ LADs ਨੇ, ਡਿਪਲੋਮਾ ਹੋਲਡਰਸ ਨੇ, ਕੋਈ 1 ਮਹੀਨਾ ਲਾਇਆ ਤੇ ਬੈਗ ਬਣਾਇਆ ਤੇ ਚੱਲਣ ਲੱਗ ਗਿਆ, ਕੋਈ 6 ਮਹੀਨੇ ਲਾ ਗਿਆ, ਕੋਈ 2 ਸਾਲ ਲਾ ਗਿਆ। ਜੀ ਬਿਲਕੁਲ। ਐਕਚੁਅਲੀ ਉਹ ਜਿਹੜੇ ਆ ਅਸਲ 'ਚ ਉਹਨਾਂ ਦੀ ਸਾਨੂੰ ਪਹਿਚਾਣ ਹੋਣੀ ਚਾਹੀਦੀ, ਉਹਨਾਂ ਦੇ ਤੇ ਡਾਕਟਰਸ ਦੇ ਦਰਮਿਆਨ ਫਰਕ ਹੋਣਾ ਚਾਹੀਦਾ। ਤੇ ਉਹ ਸਭ ਤੋਂ ਪਹਿਲਾਂ ਫਾਰਮਰ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਿਹੜਾ ਬੰਦਾ 5 ਸਾਲ ਪੜ੍ਹ ਕੇ ਆਇਆ ਉਹਦੇ ਕੋਲੋਂ ਮੈਂ ਮਸ਼ਵਰਾ ਲਵਾਂ, ਬਾਕਾਇਦਾ ਨਿਊਟ੍ਰੀਸ਼ਨ ਦੀ ਜਿਹੜੀ ਜਾਨਵਰ ਨੂੰ ਅਸੀਂ ਫੀਡਿੰਗ ਕਰਵਾ ਰਹੇ ਹਾਂ ਉਹਦੀ ਬਾਕਾਇਦਾ ਫਾਰਮੂਲੇਜ਼ ਨੇ। ਉਹ ਡਾਕਟਰ ਨਾਲ ਮਸ਼ਵਰਾ ਕਰੋਗੇ ਕਿ ਇਸ ਇਤਬਾਰ ਨਾਲ ਇਹਨੂੰ ਇੰਨਾ ਵੰਡਾ ਪੈਣਾ, ਇੰਨੀ ਤੂੜੀ ਪੈਣੀ ਆ, ਤੇ ਜੇ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਚੱਲਾਂਗੇ ਤੇ ਇਨਸ਼ਾਅੱਲਾ ਦਵਾਈ ਦੀ ਜਾਨਵਰ ਨੂੰ ਜ਼ਰੂਰਤ ਵੀ ਨਹੀਂ ਪਏਗੀ। ਜੀ ਬਿਲਕੁਲ ਤੇ ਠੀਕ ਹੈ। ਜੇ ਅਸੀਂ ਯਾਨੀ ਆਪਣੀ ਮਨਮਰਜ਼ੀ ਨਾਲ ਚੱਲਾਂਗੇ ਜਾਂ ਇਹਨਾਂ ਨੂੰ ਯਾਨੀ ਕਵਾਂਗੇ ਕਿ ਬਸ ਤੁਸੀਂ ਸਾਡੇ ਜਾਨਵਰਾਂ ਨੂੰ ਦੇਖੀ ਜਾਓ, ਜਿਹੜੇ ਨਾਨ ਟੈਕਨੀਕਲ ਲੋਕ ਨੇ, ਤੇ ਉਹਦੀ ਵਜ੍ਹਾ ਤੋਂ ਫਿਰ ਇਹ ਤੇ ਹੋਏਗਾ ਕਿ ਮੁਮਕਿਨ ਆ ਅਸੀਂ ਮੌਕੇ ਦੇ ਉੱਤੇ ਖਰਚਾ ਬਚਾ ਲਈਏ ਲੇਕਿਨ ਐਟ ਦਾ ਐਂਡ ਜਿਹੜੀ ਦਵਾਈਆਂ ਦੀ ਕੋਸਟ ਹੋਏਗੀ ਤੇ ਜਾਨਵਰ ਦੀ ਤਕਲੀਫ ਹੋਏਗੀ ਤੇ ਬਾਕੀ ਜੋ ਵੀ ਖਰਚੇ ਨੇ ਉਹ ਵਧਣਗੇ, ਉਹ ਘਟਣਗੇ। ਇਹ ਤੇ ਡਾਕਟਰ ਸਾਹਿਬ ਫਿਰ ਉਹੀ ਗੱਲ ਹੈ ਜਿਹੜੀ ਅਸੀਂ ਉੱਠ ਕੇ ਤੇ ਚਲੇ ਜਾਂਦੇ ਹਾਂ ਡਿਸਪੈਂਸਰਾਂ ਕੋ ਆਪਣੇ ਆਪ ਨੂੰ ਦਿਖਾਣ। ਹਾਂਜੀ ਬਿਲਕੁਲ ਬਿਲਕੁਲ ਹੈ ਉਹ ਵੀ ਮਤਲਬ ਜਿਹੜਾ ਖਤਰਾ ਜਾਨ ਉਹ ਵੀ ਉਸੇ ਤਰ੍ਹਾਂ ਚਾਈਨਾ ਵਾਲੀਆਂ ਦਵਾਈਆਂ ਦੇ ਦਿੰਦੇ ਆ ਅਸੀਂ, ਕਿਉਂਕਿ ਅਸੀਂ ਉਹਨਾਂ ਨੂੰ ਖੁਦ ਕਹਿੰਦੇ ਆ ਕਿ ਜੀ ਅਸੀਂ ਆਏ ਆ ਨਾ, ਸਾਡਾ ਬੁਖਾਰ ਫੌਰਨ ਲਾ ਦੇ। ਬਿਲਕੁਲ। ਤੇ ਉਹਨਾਂ ਨੇ ਫਿਰ ਉਹ ਥਾਇਰਾਇਡ ਉਹ ਜਿਹੜੇ ਰੱਖੇ ਆ ਦੂਸਰੇ ਜਿਹੜੇ ਹਾਂ ਤੇ ਉਹ ਬਸ ਉਹਦੇ ਨਾਲ ਫੌਰਨ ਹੀ ਇਲਾਜ ਕਰਕੇ ਤੇ ਉਹ ਜਾਂਦੇ ਆ। ਅਸੀਂ ਇਸ ਬਾਰੇ ਜਾਨਵਰਾਂ 'ਚ ਵੀ ਇਦਾਂ ਹੀ ਬਿਲਕੁਲ ਹਰ ਬੰਦੇ ਦਾ ਹੁੰਦਾ ਵੀ ਬੁਖਾਰ ਹੋਇਆ ਨਾ ਤੇ ਬਸ ਜਾਨਵਰ ਹੁਣੇ ਹੀ ਖੜਾ ਹੋ ਜਾਵੇ, ਸਹੀ ਹੋ ਜਾਵੇ ਤਾਂ ਉਹ ਡਾਕਟਰ ਕਾਮਯਾਬ ਹੈ, ਭਾਵੇਂ ਉਹ ਡਾਕਟਰ ਹੋਵੇ ਭਾਵੇਂ ਨਾ ਹੋਵੇ ਨਾ। ਮੈਂ ਪਿਛਲੇ ਦਿਨਾਂ 'ਚ ਪਾਕਪਤਨ ਗਿਆ ਸੀ ਜੀ, ਤੇ ਉੱਥੇ ਸਾਡੇ ਰਿਸ਼ਤੇਦਾਰ ਨੇ, ਉਹ ਵੀ ਆਪਣੇ ਬੱਚੇ ਨੂੰ ਨਾ ਉਹਨਾਂ ਨੇ ਹੁਣ ਮੈਡੀਕਲ ਸਟੋਰ ਜਿਹਾ ਬਣਾ ਕੇ ਦਿੱਤਾ ਤੇ ਮੈਂ ਉਹ ਦੁਕਾਨ ਤੇ ਬੈਠਾ ਰਿਹਾ ਘੰਟਾ 1.5 ਘੰਟਾ। ਤੇ ਉਹ ਜੋ ਵੀ ਆਵੇ ਨਾ ਉਹਨੂੰ ਡੈਕਸਾ ਲਾਈ ਜਾਵੇ, ਜੋ ਵੀ ਆਏ ਉਹਨੂੰ ਡੈਕਸਾ ਦਾ ਟੀਕਾ ਲਾਈ ਜਾਵੇ ਤੇ 300-400 ਰੁਪਇਆ ਉਹਦੇ ਕੋਲ ਲਈ ਜਾਵੇ। ਮੈਂ ਕੱਲ 50-60 ਰੁਪਏ ਦਾ ਟੀਕਾ ਆਉਂਦਾ। ਤੇ ਉਹ ਬਾਅਦ ਚੋਂ ਮੈਨੂੰ ਰਾਤ ਨੂੰ ਕਹਿੰਦਾ ਕਿ ਯਾਰ ਮੇਰੀ ਨਾ ਡਾਕਟਰੀ ਟੋਟਲੀ ਡੈਕਸਾ ਦੇ ਗਿਰਦ ਘੁੰਮਦੀ। ਤੇ ਮੈਂ ਇੱਥੇ ਜ਼ੋਰ ਦਿੱਤਾ ਹੋਇਆ, ਅੱਲਾ ਦਾ ਸ਼ੁਕਰ ਆ ਮੇਰਾ ਕੰਮ ਬਹੁਤ ਅੱਛਾ ਚੱਲ ਰਿਹਾ। ਤੇ ਮੈਂ ਉਹਨੂੰ ਕਿਹਾ ਯਾਰ ਜਿਹੜੀ ਤੇਰੇ ਕੋਲ ਹਾਮਲਾ ਖਵਾਤੀਨ ਆਉਂਦੀਆਂ ਵਾ ਉਹ ਤੈਨੂੰ ਪਤਾ ਡੈਕਸਾ ਉਹਨਾਂ ਨੂੰ ਨਹੀਂ ਲੱਗ ਸਕਦਾ ਕਿਉਂਕਿ ਅਬੋਰਸ਼ਨ ਹੋ ਜਾਂਦੀ ਹੈ। ਤੇ ਉਹ ਮੈਨੂੰ ਕਹਿੰਦਾ ਇਹ ਮੈਨੂੰ ਨਹੀਂ ਪਤਾ, ਬਹਰਹਾਲ ਆਪਾਂ ਡੈਕਸਾ ਲਾਈ ਰੱਖ। ਠੀਕ ਹੈ, ਸਹੀ ਗੱਲ। ਇਹ ਹਾਲਾਤ ਨੇ ਇਨਸਾਨਾਂ ਵੱਲ ਤੇ ਜਾਨਵਰਾਂ ਵੱਲ, ਤੇ ਫਿਰ ਅਸੀਂ ਬਸ ਸ਼ਾਇਦ ਗੱਲ ਹੀ ਕਰ ਸਕਦੇ ਹਾਂ। ਅੱਲਾ ਕਰੇ ਕਿ ਕਦੀ ਸਾਡੀ ਗੱਲ ਸੁਣੀ ਜਾਵੇ। ਨਹੀਂ ਜੀ, ਉਹ ਮੁਸਲਸਲ ਇਨਸ਼ਾਅੱਲਾ ਇਹਦੇ ਉੱਤੇ ਅਸੀਂ ਵੀਡੀਓਜ਼ ਬਣਾਉਂਦੇ ਰਹਾਂਗੇ ਤੇ ਇਹਦੇ ਬਾਰੇ ਡਾਕਟਰ ਸਾਹਿਬ ਤੋਂ ਵੀ ਆਗਾਹੀ ਲੈਂਦੇ ਰਹਾਂਗੇ। ਤੁਹਾਨੂੰ ਵੀ ਰਿਕੁਐਸਟ ਰੱਖਾਂਗੇ ਕਿ ਤੁਸੀਂ ਵੀ ਜਦੋਂ ਰੀਮ ਯਾਰ ਖਾਂ, ਕਿਉਂਕਿ ਤੁਸੀਂ ਨਹੀਂ ਹੁੰਦੇ ਸਾਦਕਾਬਾਦ ਹੁੰਦੇ ਹੋ, ਤੇ ਜਿਸ ਟਾਈਮ ਰੀਮ ਯਾਰ ਖਾਂ ਉਹ ਸਾਡੇ ਕੋਲ ਆਓ ਤੇ ਇਸੇ ਹੀ ਤਰ੍ਹਾਂ ਲੋਕਾਂ ਨੂੰ ਜਿਹੜਾ ਹੈ ਉਹ ਦੱਸੀਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਆਗਾਹੀ ਜਿਹੜੀ ਆ ਲੋਕਾਂ ਨੂੰ ਮਿਲ ਸਕੇ ਜਾਨਵਰਾਂ ਦੇ ਬਾਰੇ। ਸਾਡੇ ਇੱਥੇ ਬਹੁਤ ਜ਼ਿਆਦਾ ਡਾਕਟਰਸ ਦੀ ਵੀ ਕਮੀ ਹੈ ਰੀਮ ਯਾਰ ਖਾਂ ਦੇ ਵਿੱਚ। ਜ਼ਿਆਦਾਤਰ ਉਹ ਬੱਚੇ ਦੂਸਰੇ ਜਿਹੜੇ ਆ ਉਹ ਹੀ ਜਾ ਰਹੇ ਆ ਆਪਣਾ ਜਾਨਵਰਾਂ ਵਾਸਤੇ। ਡਾਕਟਰਸ ਜਿਹੜੇ ਹੁਣ ਆ ਕੇ ਮੇਰੇ ਖਿਆਲ ਕੁਛ ਥੋੜੀ ਤਾਦਾਦ ਜ਼ਿਆਦਾ ਹੋਈ ਹੈ। ਡਾਕਟਰਸ ਹੁਣ ਆਉਣਾ ਸ਼ੁਰੂ ਹੋਏ ਫੀਲਡ 'ਚ, ਨੋ ਹਾਂ, ਲੇਕਿਨ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਜ਼ਾਹਿਰ ਹੈ ਕਿ ਉਹ ਪੜ੍ਹ ਲਿਖ ਕੇ ਆਏ ਨੇ, ਤੁਹਾਡੇ ਫਾਇਦੇ ਦੀ ਗੱਲਾਂ ਤੁਹਾਨੂੰ ਦੱਸਣਗੇ। ਤੇ ਜੇ ਤੁਹਾਨੂੰ ਲੱਗੇ ਕਿ ਨਹੀਂ ਉਹ ਫਾਇਦੇ ਦੀ ਗੱਲਾਂ ਨਹੀਂ ਦੱਸ ਰਹੇ ਤੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਬੰਦੇ ਨਾਲ ਗੱਲ ਕਰਕੇ ਕਿ ਇਹ ਕਿਸ ਕੈਲੀਬਰ ਦਾ ਬੰਦਾ। ਜੀ ਨਹੀਂ ਬਿਲਕੁਲ। ਤੇ ਤੁਸੀਂ ਟੈਕਨੀਕਲ ਆਦਮੀ ਨੂੰ ਦੇਖੋਗੇ ਤੇ ਉਹ ਇਨਸ਼ਾਅੱਲਾ ਤੁਹਾਡੇ ਜਾਨਵਰ ਦਾ ਨੁਕਸਾਨ ਕਦੀ ਵੀ ਨਹੀਂ ਕਰੇਗਾ, ਕਦੀ ਵੀ ਨਹੀਂ ਚਾਹੇਗਾ ਤੁਹਾਡੇ ਜਾਨਵਰ ਦਾ ਨੁਕਸਾਨ ਹੋਵੇ। ਹਾਂ ਨਹੀਂ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ। ਡਾਕਟਰ ਜਿਹੜੇ ਨੇ ਉਹ ਬਿਲਕੁਲ ਦੱਸਣਗੇ ਔਰ ਜ਼ਿਆਦਾ ਤੋਂ ਜ਼ਿਆਦਾ ਉਹ ਹਿਫਾਜ਼ਤੀ ਤਦਾਬੀਰ ਔਰ ਆਪਣਾ ਜਿਹੜਾ ਸਿਹਤ ਦੇ ਮੁਤਾਬਕ ਜਿਹੜੇ ਹੈ ਨੇ ਸਿਲਸਿਲਾਕਾਰ ਉਹਨਾਂ ਨੂੰ ਦੇਖਦਿਆਂ ਹੋਇਆਂ ਬਹੁਤ ਜ਼ਿਆਦਾ ਫਾਇਦਾ ਹੋਏਗਾ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਆਪਣੀ ਮੁਫੀਦ ਗੱਲਾਂ ਜਿਹੜੀਆਂ ਉਹ ਸਾਨੂੰ ਦੱਸੀਆਂ, ਤੇ ਸਾਰੇ ਲੋਕ ਜਿਹੜੇ ਸੁਣ ਰਹੇ ਆ ਇਨਸ਼ਾਅੱਲਾ ਇਹ ਇਹਨਾਂ ਤੇ ਅਮਲ ਵੀ ਕਰਨਗੇ। ਤੇ ਅੱਗੇ ਤੋਂ ਜਿਹੜਾ ਮਜ਼ੀਦ ਅਸੀਂ ਤੁਹਾਨੂੰ ਆਪਣੀ ਵੀਡੀਓਜ਼ ਜਿਹੜੀਆਂ ਉਹ ਬਣਾ ਕੇ ਭੇਜਾਂਗੇ ਤੇ ਤੁਸੀਂ ਦੇਖੋ ਇਹਦੇ ਵਿੱਚ ਕਿ ਕਿੰਨਾ ਜ਼ਿਆਦਾ ਤੁਹਾਨੂੰ ਫਾਇਦਾ ਹੁੰਦਾ। ਤੇ ਇਹ ਹੁਣ ਜਨਾਬ ਡਾਕਟਰ ਸਾਹਿਬ ਦੁਬਾਰਾ ਇੱਕ ਮਾਇਨਾ ਕਰ ਰਹੇ ਆ, ਉਹਨਾਂ ਨੂੰ ਦੱਸਿਆ ਗਿਆ ਕੁਛ ਹੈ ਸਰਦੀ ਦੀ ਵਜ੍ਹਾ ਤੋਂ ਇਹਨੂੰ